गायब होए ने, कित्थे गए ने, कौन खा गया, धरती निकल गई, आसमान निकल गया, कित्थे गए ने महाराज दे स्वरूप। ਜਿਹੜੇ ਵੱਡੇ ਵੱਡੇ ਪ੍ਰਧਾਨ ਗੱਡੀਆਂ ਲਈ ਫਿਰਦੇ ਨੇ ਨਾ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਤੇਲ ਵੀ ਅਖੰਡ ਪਾਠੀ ਸਿੰਘਾਂ ਦੀ ਬਦੌਲਤ ਪੈਂਦਾ ਜੇ। ਸੰਤ ਕਹਿੰਦਾ ਅਖੰਡ ਪਾਠ ਕਿਤੇ ਕਰਦੇ ਨੇ ਤੇ ਰਾਸ਼ਨ ਮੈਂ ਦੇਵਾਂ ਉਹਨਾਂ ਨੂੰ। ਏਡੇ ਏਡੇ ਵੱਡੇ ਘੁਟਾਲੇ ਉਹਨਾਂ ਦੇ ਮੁਲਾਜ਼ਮਾਂ ਦੇ ਸਾਹਮਣੇ ਆ ਰਹੇ ਨੇ। ਉਹ ਗੁਰੂ ਕੇ ਵਜ਼ੀਰਾਂ ਵਾਸਤੇ ਵੀ ਕੁਝ ਨਾ ਕੋਈ ਧਿਆਨ ਦੇ ਲੈਣ, ਉਹਨਾਂ ਦਾ ਰਸਤ ਪਾਣੀ ਦਾ ਪ੍ਰਬੰਧ ਕਰ ਦੇਣ। ਆਪਣੇ ਆਪ ਨੂੰ ਕਈ ਅਜਿਹੇ ਲੀਡਰ ਨੇ, ਸਿਆਸਤਦਾਨ ਨੇ ਜੋ ਪੰਥ ਦਾ ਲੀਡਰ ਕਹਿੰਦੇ ਨੇ ਜਾਂ ਹੁਣ ਕਹਿ ਰਹੇ ਨੇ ਕਿ ਪੰਥਕ ਧਿਰ ਨਵੀਂ ਪੰਜਾਬ ਦੇ ਵਿੱਚ ਬਣਾਈ ਜਾਵੇ। ਕੋਈ ਅਜਿਹੇ ਪੰਥ ਦੇ ਸਿਆਸਤਦਾਨਾਂ ਨੇ ਵੀ ਕਿਸੇ ਨੇ ਬਾਹ ਨਹੀਂ ਫੜੀ। ਆਪੇ ਦੁਨੀਆ ਨੂੰ ਪਤਾ ਲੱਗ ਜਾਣਾ। ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਨ ਮਹਾਂਪੁਰਖ ਹੈ। ਪੂਰੀ ਦੁਨੀਆ ਦੇ ਵਿੱਚ ਪੰਜਾਬੀ ਆਪਣੀ ਸੇਵਾ ਦੇ ਲਈ ਜਾਣੇ ਜਾਂਦੇ ਨੇ, ਪਰ ਅਫਸੋਸ ਹੈ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਕਿਸੇ ਨੇ ਗੁਰੂ ਕੇ ਵਜ਼ੀਰਾਂ ਦਾ ਧਿਆਨ ਨਹੀਂ ਰੱਖਿਆ ਜਾਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਹ ਗੱਲ ਕਹਿਣੀ ਹੈ ਭਾਈ ਭੁਪਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਜੋ ਇਸ ਵੇਲੇ ਸਾਡੇ ਨਾਲ ਖੜੇ ਨੇ। ਪੁੱਛਾਂਗੇ ਕਿ ਆਖਰ ਮਸਲਾ ਕੀ ਹੈ, ਕਿਉਂਕਿ ਗੱਲ ਹੋ ਰਹੀ ਹੈ ਪਾਠੀ ਸਿੰਘਾਂ ਦੀ, ਗ੍ਰੰਥੀ ਸਿੰਘਾਂ ਦੀ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦ ਖਬਰਸਾਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਬਰਸਾਰ ਚੈਨਲ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਉਹਨਾਂ ਗੁਰੂ ਕੇ ਵਜ਼ੀਰਾਂ ਦਾ ਮੁੱਦਾ ਜਿਹੜਾ ਹੈ ਆਪਣੇ ਚੈਨਲ ਤੇ ਉਠਾਇਆ। ਔਰ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਮਹਾਰਾਜ ਇਸ ਚੈਨਲ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੁਸੀਂ ਕਿਹਾ ਕਿ ਗੁਰੂ ਕੇ ਵਜ਼ੀਰਾਂ ਵੱਲ ਕਿਸੇ ਨੇ ਗੌਰ ਨਹੀਂ ਕੀਤਾ, ਬੜੀ ਤਰਸਯੋਗ ਉਹਨਾਂ ਦੀ ਹਾਲਤ ਰਹੀ ਹੈ ਹੁਣ ਕਰੋਨਾ ਲਾਕਡਾਊਨ ਦੇ ਪੀਰੀਅਡ ਦੇ ਦੌਰਾਨ। ਕਿਵੇਂ ਤੁਸੀਂ ਦੇਖਿਆ ਜਾ ਕੇ, ਜਾਂ ਕਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋ? ਜਦੋਂ ਤੋਂ ਲਾਕਡਾਊਨ ਆਰੰਭ ਹੋਇਆ ਨਾ ਜੀ, ਸ਼ੁਰੂ ਹੋਇਆ, ਉਦੋਂ ਧਾਰਮਿਕ ਰੀਤੀ ਰਿਵਾਜ ਸਭ ਬੰਦ ਹੋ ਗਏ ਜੀ। ਉਹ ਅਖੰਡ ਪਾਠੀ, ਉਹ ਗ੍ਰੰਥੀ, ਉਹ ਰਾਗੀ, ਕਵੀਸ਼ਰ, ਢਾਡੀ, ਪ੍ਰਚਾਰਕ ਸ਼੍ਰੇਣੀ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਸਨ ਜੀ, ਉਹਨਾਂ ਦੇ ਧਾਰਮਿਕ ਰੀਤੀ ਰਿਵਾਜ ਨਾਲ ਜੁੜੇ ਸਾਰੇ ਸਰੋਕਾਰ ਬੰਦ ਹੋ ਗਏ। ਔਰ ਇੱਕ ਉਹ ਸ਼੍ਰੇਣੀ ਸੀ ਜਿਹਦੇ ਮੰਥਲੀ ਖਾਤੇ ਵਿੱਚ ਕੋਈ ਪੇ ਨਹੀਂ ਸੀ ਪੈਂਦੀ। ਖੰਡ ਪਾਠੀ ਖੰਡ ਪਾਠ ਕਰਦਾ ਸੀ ਤੇ ਉਹਨੂੰ ਪੈਸੇ ਘਰ ਆਉਂਦੇ ਸਨ। 800-900 1000 ਰੁਪਈਆ ਇੱਕ ਖੰਡ ਪਾਠੀ ਨੂੰ ਮਿਲਦਾ ਹੈ। ਮਹਿਜ਼ 5100 ਰੁਪਈਆ ਇੱਕ ਖੰਡ ਪਾਠ ਦੀ ਭੇਟਾ ਹੈ। ਕਵੀਸ਼ਰ ਜਾ ਕੇ ਕਵੀਸ਼ਰੀਆਂ ਕਰਦੇ ਸਨ ਸਟੇਜਾਂ ਤੇ, ਢਾਡੀ ਜਾ ਕੇ ਵਾਰਾਂ ਗਾਉਂਦੇ ਸਨ, ਰਾਗੀ ਕੀਰਤਨ ਕਰਦੇ ਸਨ, ਸਭ ਬੰਦ ਹੋ ਗਏ। ਜਿਹੜੀ ਹਾਲਤ ਖੰਡ ਪਾਠੀ ਪ੍ਰਚਾਰਕ ਸ਼੍ਰੇਣੀ ਵਿੱਚ ਆਉਣ ਵਾਲੇ ਲੋਕਾਂ ਦੀ ਹੋਈ, ਉਹ ਸਾਰਿਆਂ ਤਬਕਿਆਂ ਦੇ ਨਾਲੋਂ, ਮੈਂ ਕਹਿੰਦਾ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਦੇ ਨਾਲੋਂ ਵੀ ਜ਼ਿਆਦਾ ਬਦਤਰ ਜੇ ਹਾਲਤ ਹੋਈ, ਉਹ ਗੁਰੂ ਕੇ ਇਸ ਪ੍ਰਚਾਰਕ ਸ਼੍ਰੇਣੀ ਵਿੱਚ ਆਉਣ ਵਾਲੇ ਲੋਕਾਂ ਦੀ ਹੋਈ, ਜਿਨ੍ਹਾਂ ਦੀ ਕਿਸੇ ਨੇ ਸਮੇਂ ਸਿਰ ਆ ਕੇ ਬਾਹ ਨਹੀਂ ਫੜੀ। ਸਭ ਤੋਂ ਪਹਿਲਾਂ ਗੁਰੂ ਨੇ ਦਾਸ ਦੀ ਕੰਧ ਤੇ ਹੱਥ ਰੱਖਿਆ। ਦੇਸ਼ਾਂ ਵਿਦੇਸ਼ਾਂ ਵਿੱਚ ਡਿਬੇਟਾਂ ਕਰਕੇ ਰੌਲਾ ਪਾਇਆ ਕਿ ਇਹ ਭੁੱਖੇ ਮਰ ਚੱਲੇ ਨੇ, ਜੇ ਇਹਨਾਂ ਨੂੰ ਨਾ ਸਾਂਭਿਆ ਖੁਦਕੁਸ਼ੀਆਂ ਕਰਨ ਤੱਕ ਵੀ ਇਹਨਾਂ ਦੀ ਨੌਬਤ ਪਹੁੰਚ ਗਈ ਗੁਰੂ ਕੇ ਵਜ਼ੀਰਾਂ ਦੀ। ਕਿਉਂਕਿ ਕਮੇਟੀਆਂ ਬਹੁਤਾਤ ਦੇ ਵਿੱਚ ਕੁਛ ਇੱਕ ਕਮੇਟੀਆਂ ਛੱਡ ਕਰਕੇ, ਗੁਰਦੁਆਰਿਆਂ ਦੀਆਂ ਕਮੇਟੀਆਂ ਪ੍ਰਬੰਧਕਾਂ ਨੇ ਕੁਛ ਇੱਕ, ਮੈਂ ਸਾਰੇ ਨਹੀਂ ਕਹਿੰਦਾ, ਉਹਨਾਂ ਨੇ ਵੀ ਧੱਕਾ ਕੀਤਾ। ਉਹਨਾਂ ਕੋਈ ਨਾ ਬਜਟ ਨਹੀਂ ਸੀ ਕਿ 2 ਮਹੀਨੇ ਦੀ ਤਨਖਾਹ ਦੇ ਸਕਣ ਜਾਂ ਉਹਨਾਂ ਦੇ ਰਾਸ਼ਨ ਦੀ ਸੇਵਾ ਚਲਾ ਸਕਣ। ਗੁਰਦੁਆਰਿਆਂ 'ਚ ਛੁੱਟੀਆਂ ਕਰ ਦਿੱਤੀਆਂ। ਕਿਧਰ ਜਾ ਨਹੀਂ, ਲੇਕਿਨ ਸਿੰਘ ਸਾਹਿਬ ਇੱਥੇ ਇੱਕ ਸਵਾਲ ਇਹ ਹੈ ਕਿ SGPC ਦਾ ਆਪਣਾ ਬਹੁਤ ਵੱਡਾ ਇੱਕ ਬਜਟ ਹੁੰਦਾ ਹੈ, ਤੇ SGPC ਨੇ ਪੂਰੇ ਪੰਜਾਬ ਦੇ ਵਿੱਚ ਨਹੀਂ, ਜਿੱਥੇ ਵੀ ਲੋੜ ਸੀ ਉਹਨਾਂ ਨੇ ਲੰਗਰ ਵੀ ਲਾਏ ਗਏ, ਸੇਵਾ ਵੀ ਲਾਈ ਗਈ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਆਪਣੇ ਜਿਹੜੇ ਗੁਰੂ ਕੇ ਵਜ਼ੀਰ ਸੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ? ਬਿਲਕੁਲ ਨਹੀਂ ਜੀ। SGPC ਸ਼੍ਰੋਮਣੀ ਕਮੇਟੀ ਨੇ ਬਿਲਕੁਲ ਧਿਆਨ ਨਹੀਂ ਦਿੱਤਾ, ਤੇ ਉਹਨਾਂ ਨੂੰ ਧਿਆਨ ਹੁਣ ਵੀ ਦੇਣਾ ਚਾਹੀਦਾ ਹੈ। ਅਜੇ ਵੀ ਕਿਹੜੇ ਖੰਡ ਪਾਠ ਚੱਲ ਪਏ ਨੇ, ਹੁਣ ਹੀ ਧਿਆਨ ਦੇ ਲੈਣ। ਏਡੇ ਏਡੇ ਵੱਡੇ ਘੁਟਾਲੇ ਉਹਨਾਂ ਦੇ ਮੁਲਾਜ਼ਮਾਂ ਦੇ ਸਾਹਮਣੇ ਆ ਰਹੇ ਨੇ। ਉਹ ਗੁਰੂ ਕੇ ਵਜ਼ੀਰਾਂ ਵਾਸਤੇ ਵੀ ਕੁਝ ਨਾ ਕੋਈ ਧਿਆਨ ਦੇ ਲੈਣ, ਉਹਨਾਂ ਦਾ ਰਸਤ ਪਾਣੀ ਦਾ ਪ੍ਰਬੰਧ ਕਰ ਦੇਣ। ਕਿਉਂਕਿ ਨਹੀਂ ਤਾਂ ਅੱਗੇ ਹੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਉਹ ਅਕਸ ਧੁੰਦਲਾ ਹੈ। ਤਾਂ ਹੁਣ ਸਾਹਮਣੇ, ਸਾਰੇ ਦੁਨੀਆ ਦੇ ਸਾਹਮਣੇ, ਹੌਲੀ ਹੌਲੀ ਜੇ ਅਸੀਂ ਗੁਰੂ ਕੇ ਵਜ਼ੀਰਾਂ ਦੀ ਬਾਂਹ ਨਹੀਂ ਫੜਾਂਗੇ, ਸਾਡੀ ਸਰਮੌਰ ਸੰਸਥਾ ਹੈ, ਸ਼ਹੀਦਾਂ ਦੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਮਿੰਨੀ ਪਾਰਲੀਮੈਂਟ ਕੋਲ ਇੰਨਾ ਬਜਟ ਨਹੀਂ ਕਿ ਆਪਣੇ ਗੁਰੂ ਕੇ ਵਜ਼ੀਰਾਂ ਦੀ, ਕਿੱਥੇ ਜਿੱਥੇ ਫਲੱਡ ਆਏ
ਵਿਦੇਸ਼ਾਂ ਦੇ ਵਿੱਚ ਬਾਹਰਲੀਆਂ ਸਟੇਟਾਂ 'ਚ ਜਾ ਕੇ ਬਾਂਹ ਫੜੀ। ਸਿੱਖ ਦਾ ਫਰਜ਼ ਹੈ ਫੜਨ ਦਾ, ਕਿਉਂਕਿ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ, ਕਰਦਾ ਵੀ ਹੈ। ਸ਼੍ਰੋਮਣੀ ਕਮੇਟੀ ਨੇ ਬਹੁਤ ਸ਼ਲਾਘਾਯੋਗ ਕਾਰਜ ਕੀਤੇ ਤੇ ਕਰ ਵੀ ਰਹੀ ਹੈ। ਪਰ ਪਤਾ ਨਹੀਂ, ਜਦੋਂ ਮੈਂ ਸਮਝਦਾ ਹਾਂ ਕਿ ਜਦੋਂ ਅਖੰਡ ਪਾਠੀਆਂ ਦੀ ਵਾਰੀ ਆਈ, ਉਦੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਜਾਂ ਅਹੁਦੇਦਾਰਾਂ ਦੇ ਕੀ ਮਨ ਵਿੱਚ ਆਈ, ਉਹਨਾਂ ਨੇ ਇਹਨਾਂ ਦੀ ਸਾਰ ਨਹੀਂ ਲਈ ਜਾ। ਇਦਾਂ ਦਾ ਨਹੀਂ ਕਿਤੇ ਦੀਵੇ ਹੇਠ ਹਨੇਰਾ, ਐਂ ਹੀ ਕਹਿ ਸਕਦੇ ਹਨ ਕਿ ਹਾਥ ਦੀਪ ਕੁਐਂ ਪਰੇ ਕਾਹੇ ਕੀ ਕੁਸਲਾਤ, ਵੀ ਹੱਥ ਵਿੱਚ ਦੀਵਾ ਹੋਵੇ ਤੇ ਖੂਹ ਦੇ ਵਿੱਚ ਡਿੱਗੀਏ। ਮੈਂ ਬੇਨਤੀ ਕਰਦਾ ਹਾਂ ਜੀ, ਜਿਹੜੇ ਪ੍ਰਚਾਰਕ ਹੁੰਦੇ ਨੇ ਨਾ ਜੀ, ਸਭ ਤੋਂ ਪਹਿਲਾਂ ਬੇਨਤੀ ਕਰਾਂ ਕਿ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਉਂ ਕਿਹਾ ਜਾਂਦਾ ਹੈ ਜੀ, ਕਿਉਂਕਿ ਉੱਥੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ। ਪ੍ਰਚਾਰ ਤਾਂ ਗੁਰੂ ਨਾਨਕ ਸਾਹਿਬ ਤੋਂ ਹੋ ਰਿਹਾ ਸੀ ਜੀ, ਪਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਿਨ੍ਹਾਂ ਦੇ ਬਾਬਤ ਭੱਟਾ ਨੇ ਕਿਹਾ ਗੁਰੂ ਅਮਰਦਾਸ ਪਰਸੀ ਹੈ ਪਹੁਮ ਪਾਤਕ ਬਿਨਾਸੇ, ਕਿ ਉਹਨਾਂ ਦਾ ਨਾਮ ਲੈਣ ਦੇ ਨਾਲ ਧਰਤੀ ਦੇ ਸਮੂਹ ਪਾਪ ਨਾਸ ਹੋ ਜਾਂਦੇ ਨੇ। ਭਾਟੇ ਵੀ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੁਹੇ ਬਣਿਆ ਵੇ। ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮਹਾਰਾਜ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਵੱਖ-ਵੱਖ ਪ੍ਰਾਂਤਾਂ ਦੇ ਵਿੱਚ 22 ਮੰਜੀਆਂ ਬਖਸ਼ ਕੇ ਪ੍ਰਚਾਰਕਾਂ ਨੂੰ ਪ੍ਰਚਾਰਕ ਥਾਪਿਆ ਸੀ। ਵੱਖ-ਵੱਖ ਪ੍ਰਾਂਤਾਂ ਦੇ ਜੀ, ਪ੍ਰਚਾਰਕ ਜਿਹੜੇ ਕੌਮ ਦੀ ਰੀੜ੍ਹ ਦੀ ਹੱਡੀ ਹੋਇਆ ਕਰਦੇ ਨੇ, ਭਾਵੇਂ ਕਿਸੇ ਵੀ ਕੌਮ ਦੇ ਨਾਲ ਸੰਬੰਧ ਰੱਖੀ, ਕਿਸੇ ਧਰਮ ਦੇ ਨਾਲ ਸੰਬੰਧ। ਜੇ ਸਾਡੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਜਾਵੇ ਜਾਂ ਰੀੜ੍ਹ ਦੀ ਹੱਡੀ ਫ੍ਰੈਕਚਰ ਹੋ ਜਾਵੇ, ਸਰੀਰ ਨਕਾਰਾ ਹੋ ਜਾਂਦਾ ਹੈ ਜੀ। ਇਸੇ ਤਰ੍ਹਾਂ ਉਹ ਕੌਮਾਂ ਲੂਲੀਆਂ ਲੰਗੜੀਆਂ ਹੋ ਜਾਂਦੀਆਂ ਨੇ, ਅਪਾਹਜ ਹੋ ਜਾਂਦੀਆਂ ਨੇ, ਜਿਹੜੀਆਂ ਆਪਣੇ ਪ੍ਰਚਾਰਕਾਂ ਨੂੰ ਨਹੀਂ ਸਾਂਭਦੀਆਂ। ਤੇ ਇੱਕ ਦਿਨ ਉਹ ਤੁਸੀਂ ਵੇਖਿਆ, ਝਾਤੀ ਮਾਰ ਕੇ ਵੇਖ ਲਓ, ਬਹੁਤ ਕੌਮਾਂ ਦਾ ਨਾਸ ਹੋ ਗਿਆ, ਦੁਨੀਆ ਦੇ ਨਕਸ਼ੇ ਤੋਂ ਮਿਟ ਗਈਆਂ ਜੀ। ਇਸ ਕਰਕੇ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਦੁਨੀਆ ਦੇ ਨਕਸ਼ੇ ਤੋਂ ਨੇਸ ਤੋਂ ਨਾਬੂਦ ਹੋ ਜਾਇਆ ਕਰਦੀਆਂ ਨੇ, ਜਿਹੜੇ ਆਪਣੀਆਂ ਪ੍ਰਚਾਰਕਾਂ ਨੂੰ ਨਹੀਂ ਸਾਂਭਦੀਆਂ। ਖੰਡ ਪਾਠੀ ਉਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਪਿੰਡਾਂ ਵਿੱਚ ਜਾ ਕੇ ਰੌਲਾ ਲਾ ਕੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਪਿੰਡਾਂ ਵਿੱਚ ਖੰਡ ਪਾਠ ਕਰਕੇ ਸੰਗਤਾਂ ਨੂੰ ਉਤਸ਼ਾਹਿਤ ਕਰਦੇ ਨੇ, ਬਾਣੀ ਸੁਣਾਉਂਦੇ ਨੇ, ਔਰ ਸੰਗਤਾਂ ਦੇ ਅੰਦਰ ਇੱਕ ਉਮੰਗ ਪੈਦਾ ਹੁੰਦੀ ਹੈ। ਮੈਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਾਂ। ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਜਿਹੜੇ ਵੱਡੇ ਪ੍ਰਧਾਨ ਗੱਡੀਆਂ ਲਈ ਫਿਰਦੇ ਨੇ ਨਾ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਤੇਲ ਵੀ ਅਖੰਡ ਪਾਠੀ ਸਿੰਘਾਂ ਦੀ ਬਦੌਲਤ ਪੈਂਦਾ ਜੇ। ਇਹ ਨਾ ਸਿੱਖੀ ਦਾ ਪ੍ਰਚਾਰ ਕਰਨ, ਪ੍ਰਚਾਰਕ ਨਗਰਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਨਾ ਕਰਨ, ਸੰਗਤਾਂ ਦੇ ਅੰਦਰ ਨਾ ਉਤਸ਼ਾਹ ਪੈਦਾ ਕਰਨ, ਗੱਲ ਨਹੀਂ ਬਣਦੀ। ਸਾਡੇ ਕੌਮ ਦੇ ਪ੍ਰਚਾਰਕਾਂ ਨੂੰ ਕਿਸੇ ਨੇ ਸਾਂਭਿਆ ਨਹੀਂ। ਹੁਣ ਹੀ ਵਕਤ ਹੈ, ਹੁਣ ਹੀ ਸਾਂਭ ਲਈਏ, ਨਹੀਂ ਤਾਂ ਜਿਵੇਂ ਚਰਖੇ ਪੁਰਾਣੇ ਤੁਸੀਂ ਨਮੈਸ਼ਾਂ ਲਾ ਕੇ ਵਿਖਾਉਂਦੇ ਆ ਨਾ ਲੋਕ, ਆਹ ਹਲਟ ਹੁੰਦਾ ਸੀ, ਆਹ ਚਰਖੇ ਹੁੰਦੇ ਸਨ, ਆਹ ਹੱਲਾਂ ਹੁੰਦੀਆਂ ਸਨ। ਇਸ ਤਰ੍ਹਾਂ ਇਹ ਸਮਾਂ ਨਾ ਆ ਜਾਵੇ ਕਿ ਗੁਰੂ ਕੇ ਵਜ਼ੀਰ ਵੀ ਨਮੈਸ਼ਾਂ ਲਾ ਕੇ ਵਿਖਾਉਣੇ ਪੈਣ ਕਿ ਇੱਦਾਂ ਦੇ ਗੁਰੂ ਕੇ ਵਜ਼ੀਰ ਹੁੰਦੇ ਸਨ, ਇੱਦਾਂ ਦੇ ਪਿੰਡਾਂ ਵਿੱਚ ਗੁਰਦੁਆਰੇ ਹੁੰਦੇ ਸਨ। ਸਿੰਘ ਸਾਹਿਬ, ਬੜੀ ਮੰਦਭਾਗੀ ਗੱਲ ਹੈ ਜੇ ਮਗੀ ਵਾਕਈ ਇਹ ਸਥਿਤੀ ਹੈ, ਕਿਉਂਕਿ ਤੁਸੀਂ ਤਾਂ ਬਿਲਕੁਲ ਨੇੜਿਓਂ ਦੇਖੀ ਹੈ ਸਥਿਤੀ। ਸਵਾਲ ਇਹ ਵੀ ਉੱਠਦਾ ਕਿ ਆਪਣੇ ਆਪ ਨੂੰ ਕਈ ਅਜਿਹੇ ਲੀਡਰ ਨੇ, ਸਿਆਸਤਦਾਨ ਨੇ, ਜੋ ਪੰਥ ਦਾ ਲੀਡਰ ਕਹਿੰਦੇ ਨੇ ਜਾਂ ਹੁਣ ਕਹਿ ਰਹੇ ਨੇ ਕਿ ਪੰਥਕ ਧਿਰ ਨਵੀਂ ਪੰਜਾਬ ਦੇ ਵਿੱਚ ਬਣਾਈ ਜਾਵੇ। ਕੋਈ ਅਜਿਹੇ ਪੰਥ ਦੇ ਸਿਆਸਤਦਾਨਾਂ ਨੇ ਵੀ ਕਿਸੇ ਨੇ ਬਾਹ ਨਹੀਂ ਫੜੀ? ਮੈਂ ਕਹਿੰਦਾ ਜੀ, ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਜੀ। ਮੈਂ ਇੱਕ ਲਿਸਟ ਲੈ ਕੇ ਗਿਆ ਜੀ 100 ਬੰਦੇ ਦੀ ਜੀ, ਕਿਉਂਕਿ ਚੈਨਲਾਂ ਤੇ ਡਿਬੇਟ ਹੋਈ ਮੇਰੀ ਜੀ। ਉਹਨਾਂ ਕਿਹਾ ਜੀ ਜਿਹੜੇ ਇਲਾਕੇ ਦੇ ਮਹਾਂਪੁਰਖ ਨੇ, ਵੱਡੇ ਕਾਰ ਸੇਵਾ ਵਾਲੇ, ਉਹਨਾਂ ਨੂੰ ਕਹੋ ਜਾ ਕੇ 100 ਬੰਦੇ ਦਾ ਰਾਸ਼ਨ ਲੈ ਕੇ ਦੇਣ। ਉਹਨਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਮੇਰੇ ਕੋਲ ਖੰਡ ਪਾਠੀਆਂ ਦੀਆਂ ਰਿਕਾਰਡਿੰਗਾਂ ਪਈਆਂ ਨੇ, ਖੰਡ ਪਾਠੀਆਂ ਦੇ ਨੰਬਰ ਪਏ ਨੇ, ਕਿਉਂਕਿ ਮੈਂ 2000 ਤੋਂ ਵੱਧ ਖੰਡ ਪਾਠੀ ਸਿੰਘਾਂ ਦੇ ਦਰਸ਼ਨ ਕਰ ਚੁੱਕਾ ਹਾਂ, ਰਸਤਾਂ ਲੈ ਕੇ ਉਹਨਾਂ ਦੇ ਘਰਾਂ 'ਚ ਜਾ ਕੇ ਜੀ। ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਆਇਆ ਕੋਈ, ਉਹ ਕਹਿੰਦੇ ਜੀ ਅਸੀਂ ਸੰਤ ਫਲਾਣੇ ਕੋ ਗਏ ਸੀ, ਉਹਨੇ ਆਖਿਆ ਰਕਸ਼ਾ ਵਾਲੋ, ਝੋਨਾ ਲਾ ਲਓ। ਅੱਗਿਓਂ ਹੀ ਜਵਾਬ ਮਿਲਿਆ। ਅੱਗੋਂ ਉਹਨਾਂ ਮਹਾਂਪੁਰਖਾਂ ਨੇ, ਜਿਨ੍ਹਾਂ ਨੂੰ ਮਹਾਂਪੁਰਖ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਹੈ, ਜਿਨ੍ਹਾਂ ਨੇ ਬਈਆਂ ਦੀਆਂ ਝੁੱਗੀਆਂ ਵਿੱਚ ਤਾਂ ਰਾਸ਼ਨ ਪਹੁੰਚਾਓ, ਅਸੀਂ ਨਹੀਂ ਕਹਿੰਦੇ ਨਾ ਪਹੁੰਚਾਓ, ਪਰ ਜਦੋਂ ਖੰਡ ਪਾਠੀ ਦੀ ਮੈਂ ਖੁਦ ਲਿਸਟ ਲੈ ਕੇ ਗਿਆ ਜੀ, ਉਸ ਸੰਤ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੰਨਿਆ ਪਰਮੰਨਿਆ ਸੰਤ ਹੈ, ਅਨੇਕਾਂ ਗੁਰੂ ਘਰਾਂ ਦੀ ਸੇਵਾ ਚੱਲ ਰਹੀ ਹੈ। ਉਸ ਸੰਤ ਦਾ ਮੇਰੇ ਹਿਰਦੇ ਅੰਦਰ ਵੀ ਸਤਿਕਾਰ ਸੀ, ਉਹ ਵੀ ਮੇਰਾ ਸਤਿਕਾਰ ਕਰਦੇ ਸਨ। ਪਰ ਜਦੋਂ ਗੁਰੂ ਕੇ ਵਜ਼ੀਰਾਂ ਦੀ ਮੈਂ ਕਿਹਾ ਮਹਾਂਪੁਰਖੋ ਆ ਲਿਸਟ 100 ਖੰਡ ਪਾਠੀ ਸਿੰਘਾਂ ਨੂੰ ਰਿਲੀਵ ਤੁਸੀਂ ਦੇ ਦਿਓ, ਮੈਨੂੰ ਪਤਾ ਗਾੜੀਓ ਕੀ ਉਹ ਸੰਤ ਕਹਿੰਦਾ ਖੰਡ ਪਾਠ ਕਿਤੇ ਕਰਦੇ ਨੇ ਤੇ ਰਾਸ਼ਨ ਮੈਂ ਦੇਵਾਂ ਉਹਨਾਂ ਨੂੰ।
ਇਹ ਬੋਲ ਸਨ, ਮੇਰਾ ਸਾਥੀ ਨਾਲ ਗਿਆ ਸੀ। ਫਿਰ ਇਕੱਲੇ ਨੂੰ ਨਹੀਂ ਕਿਹਾ, 10 15 20 ਸਿੰਘ ਖਲੋਤੇ ਸਨ। ਉਹਨਾਂ ਨੂੰ ਪਤਾ ਵੀ ਸੀ ਕਿ ਕੌਮ ਦਾ ਕਥਾਵਾਚਕ ਲਿਸਟ ਲੈ ਕੇ ਆਇਆ ਹੈ। ਮੇਰੀ ਇਨਸਲਟ ਵੀ ਕੀਤੀ ਔਰ ਅਖੰਡ ਪਾਠੀ ਸਿੰਘਾਂ ਦੇ ਬਾਰੇ ਐਸੇ ਅਪਸ਼ਬਦ ਵੀ ਬੋਲੇ। ਉਹ ਮਹਾਂਪੁਰਖ ਕੌਣ ਸੀ? ਮਹਾਂਪੁਰਖ ਆਪੇ ਦੁਨੀਆ ਨੂੰ ਪਤਾ ਲੱਗ ਜਾਣਾ ਹੈ। ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਨ ਮਹਾਂਪੁਰਖ ਹੈ। ਜਦੋਂ ਕੋਈ ਮੇਰੇ ਕੋਲ ਪੁੱਛੇਗਾ ਫੋਨ ਕਰਕੇ ਮੈਂ ਦੱਸ ਦਾਂਗਾ ਜੀ। ਹਾਂਜੀ, ਮੈਂ ਸ਼ਾਇਦ ਦਰਸ਼ਕ ਜਿਹੜੇ ਨੇ ਜਾਣਨਾ ਚਾਹੁੰਦੇ ਹੋਣ। ਮੈਂ ਦੱਸ ਹੀ ਦਿੰਦਾ ਜੀ, ਮੈਨੂੰ ਕਾਹਦਾ ਡਰ ਹੈ, ਮੈਂ ਕਿਹੜਾ ਕਿਸੇ ਕੋਲ ਲੈ ਕੇ ਖਾਣਾ ਜਾਂ ਮੈਨੂੰ ਕੋਈ ਪ੍ਰਵਾਹ। ਸੰਤ ਕਸ਼ਮੀਰ ਸਿੰਘ ਭੂਰੀ ਸਾਹਿਬ ਵਾਲੇ ਉਹਨਾਂ ਦੇ ਲਫ਼ਜ਼ ਸਨ। ਉਹ ਕਹਿ ਦੇਣ ਕਿ ਮੈਂ ਭੁਪਿੰਦਰ ਸਿੰਘ ਨੂੰ ਇਹ ਸ਼ਬਦ ਨਹੀਂ ਕਹੇ ਤੇ ਮੈਂ ਨੀਵੇਂ ਥਾਂ ਬਹਿ ਜਾਵਾਂਗਾ। ਮੈਨੂੰ ਜੋ ਕੌਮ ਸਜ਼ਾ ਲਾਵੇਗੀ ਮੈਂ ਉਹਨੂੰ ਦੇਣਦਾਰ ਹੋਵਾਂਗਾ। ਸਿੰਘ ਸਾਹਿਬ, ਤੁਸੀਂ ਬਿਲਕੁਲ ਠੀਕ ਗੱਲ ਕਹੀ ਕਿ ਜਿਹੜੇ ਪਾਠੀ ਸਿੰਘ ਨੇ ਜਾਂ ਕੋਈ ਵੀ ਬੰਦਾ ਜਿਹੜਾ ਗੈਰਤਮੰਦ ਬੰਦਾ ਹੈ ਉਹ ਕਦੇ ਹੱਥ ਨਹੀਂ ਅੱਡਦਾ। ਨਾ ਹੀ ਉਹ ਮਗੀ ਚਲੋ ਗੁਰੂ ਕਾ ਲੰਗਰ ਲੱਗਦਾ ਹੈ, ਅਸੀਂ ਵੀ ਛਕਦੇ ਹਾਂ ਜਾ ਕੇ ਕਈ ਵਾਰ ਜਦੋਂ ਪਰ ਕਿਰਪਾ ਹੋਵੇ, ਪਰ ਉਹ ਲਾਈਨਾਂ ਦੇ ਵਿੱਚ ਕਦੇ ਨਹੀਂ ਲੱਗਦਾ। ਮਿਹਨਤ ਕਰਨੀ ਉਹ ਵਾਜਿਬ ਸਮਝਦਾ ਹੈ, ਲਾਈਨਾਂ 'ਚ ਨਹੀਂ ਲੱਗਦਾ। ਅਤੇ ਜਿਹੜੇ NGOs ਵਾਲੇ ਨੇ ਹੋਰ ਬਹੁਤ ਜਗ੍ਹਾ ਬਾਹਰ ਵਿਦੇਸ਼ਾਂ ਜਾ ਕੇ ਵੀ ਜੋ ਸੇਵਾ ਕਰਦੇ ਨੇ, ਇੱਥੇ ਵੀ ਕਰਦੇ ਨੇ, ਕਿ ਉਹਨਾਂ ਨੇ ਵੀ ਗੁਰੂ ਕੇ ਵਜ਼ੀਰਾਂ ਵੱਲ ਗੌਰ ਨਹੀਂ ਕੀਤਾ। ਵੇਖੋ ਹੁਣ ਚੱਲੇ ਨੇ, ਹੁਣ ਕਾਫੀ ਸੰਸਥਾਵਾਂ ਚੱਲੀਆਂ ਨੇ, ਰਿਲੀਫ ਦੇ ਰਹੀਆਂ ਨੇ, ਪਰ ਜਦੋਂ ਸਮੇਂ ਦੇ ਨਾਲ ਆਣ ਕੇ ਉਹਨਾਂ ਨੇ ਬਾਂਹ ਨਹੀਂ ਫੜੀ। ਅਜੇ ਵੀ ਮੈਂ ਬੇਨਤੀ ਕਰਦਾ, ਜਾਂ ਉਹਨਾਂ ਨੇ ਉੱਥੇ ਸੇਵਾ ਦਿੱਤੀ ਜਿੱਥੇ ਉਹਨਾਂ ਦੀ ਪੋਪੂਲੇਸ਼ਨ ਹੋਣੀ ਸੀ, ਕਿ ਸਾਡੀ ਕੋਈ ਦੁਨੀਆ ਪੋਪੂਲੈਰਿਟੀ ਹੋਵੇ, ਵੀ ਸਾਨੂੰ ਕੋਈ ਇੱਥੇ ਸਾਡੀ ਮਸ਼ਹੂਰੀ ਹੋਵੇ, ਉਹਨਾਂ ਲੋਕਾਂ ਨੂੰ ਜਾ ਕੇ ਦਿੱਤਾ। ਮੈਂ ਕਹਿ ਲਵਾਂ ਕਿ ਰੱਜਿਆਂ ਨੂੰ ਰਜਾਉਣ ਦੀ ਕੋਸ਼ਿਸ਼ ਕੀਤੀ, ਅੱਜ ਵੀ ਕਰ ਰਹੇ ਨੇ। ਸਮੇਂ ਦੇ ਨਾਲ ਕਿਸੇ ਨੇ ਸੰਸਥਾ ਨੇ ਆਣ ਕੇ ਬਾਂਹ ਨਹੀਂ ਫੜੀ। ਜੇ ਕਿਸੇ ਸੰਸਥਾ ਨੇ ਜਾ ਕੇ ਉਹਨਾਂ ਦੀ ਸਾਰ ਲਈ, ਉਹ ਤੈਂ ਕੀ ਦਰਦ ਨਾ ਆਇਆ ਸੇਵਾ ਸੰਸਥਾ ਨੇ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਤੇ ਦੇ ਵੀ ਰਹੀਆਂ ਨੇ। ਹੁਣ ਅਸੀਂ ਅਖੰਡ ਪਾਠੀਆਂ ਸਿੰਘਾਂ ਦੀਆਂ ਧੀਆਂ ਦੇ ਵਿਆਹ ਦਾ ਖਰਚਾ ਉਠਾ ਰਹੇ ਹਾਂ। ਲੋਕਡਾਊਨ ਦੌਰਾਨ ਕਿਉਂਕਿ ਮੈਂ ਰਾਸ਼ਨ ਲੈ ਕੇ ਗਿਆ, ਉਹਦੀ ਰੀੜ੍ਹ ਦੀ ਹੱਡੀ ਦਾ ਮਣਕਾ ਫ੍ਰੈਕਚਰ ਸੀ। ਡੇਰਾ ਬਾਬਾ ਨਾਨਕ ਉਦੋਵਾਲੀ ਕਲਾਂ ਪਿੰਡ ਹੈ। ਅੱਛਾ ਜੀ। 19 ਜੂਨ ਨੂੰ ਮੈਂ ਉਹਦੇ ਘਰ ਰਾਸ਼ਨ ਲੈ ਕੇ ਗਿਆ ਸਾਰੇ ਨਗਰਾਂ ਦੇ ਵਿੱਚ। 15 ਦਿਨ ਪਹਿਲਾਂ ਮੈਂ ਉਹਦੇ ਅਕਾਊਂਟ 'ਚ 2000 ਰੁਪਇਆ ਪਾਇਆ ਸੀ, ਕਿਉਂਕਿ ਦਵਾਈ ਦੀ ਲੋੜ ਸੀ ਉਸਨੂੰ। ਉਹਨੇ ਮੈਨੂੰ ਫੋਨ ਕੀਤਾ, ਮੈਂ ਉਹਦੇ ਅਕਾਊਂਟ 'ਚ 2000 ਰੁਪਇਆ ਪਾਇਆ। ਫਿਰ ਮੈਨੂੰ ਕਹਿੰਦਾ ਵੀ ਰਸਤੇ ਦੀ ਲੋੜ ਹੈ। ਜਿਸ ਦਿਨ ਮੈਂ ਡੇਰੇ ਬਾਬੇ ਨਾਨਕ ਦੇ ਇਲਾਕੇ ਦੇ ਅਖੰਡ ਪਾਠੀ ਸਿੰਘਾਂ ਦੇ, ਮੈਂ ਦੱਸ ਦੇਵਾਂ ਕਿ ਮੈਂ 20-25 ਕਿੱਟਾਂ ਰੋਜ਼ ਘਰਾਂ ਵਿੱਚ ਪਹੁੰਚਾ ਕੇ ਆਉਣਾ। ਜਿੱਥੋਂ ਮੈਨੂੰ ਫੋਨ ਆਉਂਦਾ, ਕੋਈ ਹੈਂਡੀਕੈਪਟ ਹੈ, ਕੋਈ ਵਿਚਾਰਾ ਬਿਮਾਰ ਹੈ, ਨਹੀਂ ਆ ਸਕਦਾ, ਮੈਂ ਉਹਨੂੰ ਕਹਾਂ ਮੇਰੇ ਘਰੋਂ ਰਾਸ਼ਨ ਲੈ ਜਾਣ ਕੇ। ਆਪਣੀ ਗੱਡੀ 'ਚ ਆਪਣੇ ਸਾਥੀ ਨੂੰ, ਆਪਣੇ ਬੇਟੇ ਨੂੰ ਨਾਲ ਲੈਣਾ। ਅਸੀਂ ਉਹਨਾਂ ਦੇ ਘਰਾਂ ਵਿੱਚ ਬਕਾਇਦਾ, ਮੇਰੇ ਕੋਲ ਔਨ ਰਿਕਾਰਡ ਲਿਸਟ ਪਈ, ਉਹਨਾਂ ਦੇ ਨੰਬਰ ਪਏ ਨੇ ਜੀ। ਜਦੋਂ ਮੈਂ ਉਹਦੇ ਘਰ ਗਿਆ ਰਾਸ਼ਨ ਲੈ ਕੇ, ਤੇ ਘਰ ਵਿੱਚ ਨਹੀਂ ਸੀ ਉਹ। ਮੈਂ ਉਹਦੀ ਸਿੰਘਣੀ ਨੂੰ ਪੁੱਛਿਆ, ਮੈਂ ਕਿਹਾ ਭਾਈ ਸੁਖਬੀਰ ਸਿੰਘ ਜੀ ਕਿੱਥੇ ਨੇ? ਕਹਿੰਦੀ ਬਟਾਲੇ ਗਏ ਨੇ। ਮੈਂ ਕਿਹਾ ਕੀ ਗੱਲ ਹੈ? ਕਹਿੰਦੀ ਬੇਟੀ ਦਾ ਆਨੰਦ ਕਾਰਜ ਹੈ। ਅੱਛਾ। 23 ਜੂਨ ਨੂੰ ਬੇਟੀ ਦਾ ਆਨੰਦ ਕਾਰਜ ਹੈ ਤੇ 19 ਤਰੀਕ ਨੂੰ ਮੈਂ ਉਹਦੇ ਘਰ ਗਿਆ। ਮੈਂ ਕਿਹਾ ਐਡੀ ਛੇਤੀ? ਕਹਿੰਦੀ ਮੁੰਡੇ ਵਾਲਿਆਂ ਨੇ ਛੇਤੀ ਵਿਆਹ ਮੰਗ ਲਿਆ, ਹੈ ਨਾ, ਕੋਈ ਮਜਬੂਰੀ ਹੋਏਗੀ ਉਹਨਾਂ ਦੀ। ਤੇ ਮੈਂ ਵੇਟ ਕੀਤੀ, ਵਿਚਾਰਾ ਆ ਕੇ ਰੋ ਪਿਆ, ਭਾਈ ਸੁਖਬੀਰ ਸਿੰਘ। ਮੈਂ ਕਿਹਾ ਸੁਖਬੀਰ ਸਰ ਰੋਣਾ ਕਿਉਂ? ਕਹਿੰਦਾ ਇੱਕ ਸੰਸਥਾ ਕੋ ਗਿਆ ਸੀ ਜਿਹੜੇ ਲੜਕੀਆਂ ਦੇ ਆਨੰਦ ਕਾਰਜ ਕਰਦੇ ਨੇ, ਤੇ ਉਹਨਾਂ ਜਵਾਬ ਦੇ ਦਿੱਤਾ ਵੀ ਅਸੀਂ ਗਰੁੱਪ 'ਚ ਵਿਆਹ ਕਰਦੇ ਹਾਂ, ਇਕੱਲੀ ਲੜਕੀ ਦਾ ਵਿਆਹ ਨਹੀਂ ਕਰਦੇ। ਉਸ ਦਿਨ ਤੋਂ ਮੈਂ ਉਹਨੂੰ ਹੌਸਲਾ ਦਿੱਤਾ। ਉਸੇ ਦਿਨ ਤੋਂ ਅਸੀਂ ਉਹਨੂੰ ਕਿਹਾ ਵੀ ਤੇਰੀ ਲੜਕੀ ਦਾ ਆਨੰਦ ਕਾਰਜ, ਤੇਰੀ ਦਾ ਨਹੀਂ, ਸਾਡੀ ਧੀ ਦਾ ਆਨੰਦ ਕਾਰਜ ਅਸੀਂ ਆਪ ਕਰਾਂਗੇ। ਉਸ ਤੋਂ ਪਹਿਲਾਂ 3 ਲੜਕੀਆਂ ਦੇ ਆਨੰਦ ਕਾਰਜ ਕੀਤੇ ਸੀ। ਅੱਜ 6ਵਾਂ ਆਨੰਦ ਕਾਰਜ ਸੀ, 6 ਤਰੀਕ ਨੂੰ, ਇੱਕ 10 ਨੂੰ, ਇੱਕ 13 ਨੂੰ ਹੈ। ਫਿਰ ਮੈਂ ਪੋਸਟਰ ਪਾਇਆ ਵੀ ਜਿਹੜੇ ਅਖੰਡ ਪਾਠੀ ਸਿੰਘਾਂ ਦੀਆਂ ਧੀਆਂ ਦੇ ਸਾਹੇ ਮਿਥੇ ਹੋਏ ਨੇ ਜਾਂ ਮੰਗਣੇ ਹੋਏ ਨੇ, ਲੜਕੇ ਵਾਲੇ ਵਿਆਹ ਮੰਗ ਰਹੇ ਨੇ, ਬੇਨਿਝਕ ਹੋ ਕੇ ਤੁਸੀਂ ਵਿਆਹ ਦੇ ਦਿਓ ਤੇ ਸਾਡੇ ਨਾਲ ਸੰਪਰਕ ਕਰੋ। ਅਸੀਂ ਅਖੰਡ ਪਾਠੀ ਸਿੰਘਾਂ ਦੀਆਂ ਧੀਆਂ ਦੇ ਆਨੰਦ ਕਾਰਜ ਵੀ ਆਰੰਭ ਕੀਤੇ ਨੇ, ਗੁਰੂ ਸਾਹਿਬ ਦੀ ਕਿਰਪਾ ਸਦਕਾ। ਸਿੰਘ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ SGPC ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਸਰਵਉੱਚ ਇੱਕ, ਮੈਂ ਕਹਿ ਸਕਦਾ ਹਾਂ ਕਿ ਇੱਕ ਸੰਸਥਾ ਹੈਗੀ ਹੈ, ਜਾਂ ਸਾਰੇ ਜਿਹੜੇ ਗੁਰੂ ਕੇ ਵਜ਼ੀਰ ਨੇ ਜਾਂ ਪ੍ਰਚਾਰਕ ਨੇ ਉਹ ਇੱਕ ਆਸ ਨਾਲ ਦੇਖਦੇ ਨੇ SGPC ਵੱਲ? ਬਿਲਕੁਲ ਜੀ, ਪ੍ਰਚਾਰਕ ਹੀ ਨਹੀਂ ਦੇਖਦੇ, ਪੂਰੀ ਕੌਮ ਦੀ ਨਿਗਾਹ, ਬਿਲਕੁਲ ਹਰ ਲੋੜਵੰਦ ਦੀ ਨਿਗਾਹ ਗੁਰੂ ਘਰ 'ਤੇ ਹੁੰਦੀ ਹੈ, ਚਾਹੇ ਉਹ SGPC ਹੈ, ਚਾਹੇ ਕੋਈ ਵੱਡੀ ਸੰਸਥਾ ਹੈ। ਮੈਂ ਹੁਣ ਵੀ ਬੇਨਤੀ ਕਰਦਾ ਆਪ ਜੀ ਦੇ ਮਾਧਿਅਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਅਜੇ ਵੀ ਕੁਝ ਨਹੀਂ ਵਿਗੜਿਆ। ਅਖੰਡ ਪਾਠੀ ਸਿੰਘਾਂ ਦੇ ਬੜੇ ਤਰਾਸਦੀ ਹੈ ਕਿ ਉਹਨਾਂ ਦੇ ਕਈ ਦੁੱਧ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦਾ ਬਿੱਲ ਤਰਨ ਵਾਲਾ ਹੈ, ਕਿਸੇ ਦੇ ਵਿਚਾਰੇ ਦੇ ਬੱਚੇ ਦੀਆਂ ਫੀਸਾਂ ਤਰਨ ਵਾਲੀਆਂ ਨੇ। ਥੋੜ੍ਹੇ ਦਿਨ ਪਹਿਲਾਂ ਮੈਨੂੰ ਇੱਕ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਗ੍ਰੰਥੀ ਸਿੰਘ ਹੈ ਜੀ, ਮੇਰੀ ਬੇਟੀ ANM ਕਰ ਰਹੀ ਹੈ, ਨਰਸਿੰਗ ਦਾ ਕੋਈ ਕੋਰਸ ਹੋਏਗਾ, ਹੈ ਨਾ, ਉਹ ਕਰ ਰਹੀ ਹੈ। ਪਿਛਲੇ 10 ਮਹੀਨਿਆਂ ਦੀਆਂ ਫੀਸਾਂ ਉਹਦੀਆਂ ਆੜੀਆਂ ਨੇ।
ਪਰ ਤੰਗ ਕਰ ਰਹੇ ਆ। 2 ਸਾਲ 1.5 ਸਾਲ ਹੋਇਆ ਹੈ, 3 ਸਾਲ ਦਾ ਕੋਰਸ ਹੈ। ਮੈਂ ਉਹਨੂੰ ਹੌਸਲਾ ਦਿੱਤਾ, ਆਪਣੇ ਮਿੱਤਰ ਪਿਆਰਿਆਂ ਨੂੰ ਮੈਂ ਫੋਨ ਕੀਤਾ, ਉਹਦੀਆਂ 10 ਮਹੀਨੇ ਦੀਆਂ ਫੀਸਾਂ ਅਸੀਂ ਕੱਲ੍ਹ ਤਾਰੀਆਂ ਨੇ, ਪਰਸੋਂ ਪੇ ਕੀਤੀਆਂ ਨੇ। ਐਸੇ ਕਈ ਵਿਚਾਰੇ ਗਰੀਬ ਨੇ। ਮੈਂ ਕਹਿੰਦਾ ਕਿ ਤੁਸੀਂ ਉਹਨਾਂ ਦਾ ਇਲਾਜ ਹੀ ਫ੍ਰੀ ਕਰ ਦਿਓ, ਹੋਰ ਕੁਝ ਨਹੀਂ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਬੇਨਤੀ ਕਰਦਾ ਕਿ ਗੁਰੂ ਕੇ ਵਜ਼ੀਰਾਂ ਦੀਆਂ ਇੰਸ਼ੋਰੈਂਸਾਂ ਹੀ ਕਰਾ ਦਿਓ, ਹੈਲਥ ਇੰਸ਼ੋਰੈਂਸ ਕਰਾ ਦਿਓ, ਕੁਝ ਤਾਂ ਕਰੋ। ਪਾਠੀ ਮਰ ਜਾਂਦਾ ਹੈ, ਉਹਦੇ ਬੱਚੇ ਰੁੱਲ ਜਾਂਦੇ ਨੇ। ਨਹੀਂ, ਸਵਾਲ ਇੱਥੇ ਇਹ ਵੀ ਹੈਗਾ ਕਿ ਇੱਕ ਪਾਸੇ ਇੰਨੀ ਤਰਸਯੋਗ ਹਾਲਤ ਹੈਗੀ ਹੈ ਪਾਠੀ ਦੀ, ਗੁਰੂ ਕੇ ਵਜ਼ੀਰਾਂ ਦੀ, ਪ੍ਰਚਾਰਕਾਂ ਦੀ, ਦੂਜੇ ਪਾਸੇ ਕਿਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਪਵਿੱਤਰ ਸਰੂਪ ਨੇ ਉਹ ਗਾਇਬ ਹੋ ਰਹੇ ਨੇ, ਕਿਤੇ ਲੰਗਰਾਂ ਦੇ ਵਿੱਚ ਘੁਟਾਲੇ ਸਾਹਮਣੇ ਆ ਰਹੇ ਨੇ। ਬਿਲਕੁਲ ਜੀ, ਬੜਾ ਕੁਝ ਸਾਹਮਣੇ ਆਉਣਾ ਹੈ ਜੀ। ਮੈਂ ਗਿਆਨੀ ਰਘਬੀਰ ਸਿੰਘ ਹੋਣਾ ਦਾ ਧੰਨਵਾਦ ਕਰਦਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦਾ ਜੀ। ਉਹਨਾਂ ਨੇ ਪਾਠੀ ਸਿੰਘਾਂ ਦੇ ਹੱਕ 'ਚ ਹਾਂ ਦਾ ਨਾਰਾ ਵੀ ਮਾਰਿਆ। 27 ਮਈ ਨੂੰ ਮੇਰੀ ਮੰਜੀ ਸਾਹਿਬ ਕਥਾ ਸੀ, ਉੱਥੋਂ ਕੌਮ ਦੇ ਅੱਗੇ ਦਰਦ ਰੱਖਿਆ। ਅਜੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿ ਕੀ ਮੇਰੇ ਨਾਲ ਬਿਹੇਵ ਕਰਨਗੇ, ਕਿਉਂਕਿ ਗਿਆਨੀ ਰਘਬੀਰ ਸਿੰਘ ਹੋਣਾ ਨੇ ਪਿੱਛੇ ਇੱਕ ਮੀਟਿੰਗ ਸੱਦ ਕੇ ਜੀ ਐਲਾਨ ਕੀਤਾ ਸੀ ਕਿ ਕੋਈ ਵੀ ਗਲਤ ਬੰਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਜੀ। ਮੈਂ ਗਿਆਨੀ ਰਘਬੀਰ ਸਿੰਘ ਦਾ ਇਹਨਾਂ ਬਚਨਾਂ ਦਾ ਮੈਂ ਸਤਿਕਾਰ ਕਰਦਾ ਔਰ ਧੰਨਵਾਦ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਬੜੀ ਬਰੀਕੀ ਨਾਲ ਛਾਨਣੀ ਮਾਰੋ। ਜਿਹੜੇ ਸ਼੍ਰੋਮਣੀ ਕਮੇਟੀ ਦਾ ਅਕਸ ਅੱਗੇ ਹੀ ਬੜਾ ਧੁੰਦਲਾ ਹੈ, ਕੁਝ ਬੰਦਿਆਂ ਦਾ ਕਰਕੇ ਧੁੰਦਲਾ ਹੋਇਆ ਹੈ, ਇਹਨੂੰ ਹੋਰ ਧੁੰਦਲਾ ਨਾ ਹੋਣ ਦਿਓ। ਇਸ ਕਰਕੇ ਜਿਹੜੇ ਗਲਤ ਬੰਦੇ ਨੇ, ਜਿਹੜੇ ਵੱਡੀਆਂ ਉੱਚੀਆਂ ਪੋਸਟਾਂ ਤੇ ਲਾਏ ਨੇ, ਉਹਨਾਂ ਨੂੰ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਬਰਖਾਸਤ ਕਰ ਦਿਓ, ਜਿਹਦੇ ਨਾਲ ਕੌਮ ਦੀ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਨਹੀਂ ਹੋਣੀ, ਕੌਮ ਦੀ ਬਦਨਾਮੀ ਹੋਣੀ ਹੈ। ਹੋ ਵੀ ਰਹੀ ਹੈ, ਕੌਮ ਦੀ ਬਦਨਾਮੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋ ਗਏ, ਅਜੇ ਤੱਕ ਪਤਾ ਨਹੀਂ ਲੱਗਾ ਕਿੱਥੇ ਗਏ ਨੇ। ਫਿਰ ਇੰਨੇ ਸਰੂਪ ਅਸੀਂ ਪਿੰਡਾਂ ਦੇ ਵਿੱਚ ਜਦੋਂ ਰਾਸ਼ਨ ਦੇਣ ਜਾਂਦੇ ਹਾਂ ਤਾਂ ਪਾਠੀ ਸਿੰਘਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਇਹ ਕਹੀਦਾ ਹੈ, ਅਕਾਲ ਤਖਤ ਸਾਹਿਬ ਦਾ ਭਾਈ ਹੁਕਮ ਹੈ ਕਿ ਸੁਖ ਆਸਣ ਸਾਹਿਬ ਦੇ ਵਿੱਚ ਕੋਈ ਪੱਖੀ, ਕੋਈ ਸ਼ਾਰਟ ਸਰਕਟ ਵਾਲੀ ਜਿਹੜੀ ਕੋਈ ਤਾਰ ਤੂਰ ਜੋੜ ਜਾੜ ਨਾ ਹੋਵੇ ਤੇ ਖਿਆਲ ਰੱਖਿਆ ਕਰੋ ਜੀ। ਹੱਦ ਹੋ ਗਈ, ਰਾਮਸਰ ਸਾਹਿਬ ਸ਼ਾਰਟ ਸਰਕਟ ਹੋ ਗਿਆ, ਉੱਥੇ ਹੀ ਸ਼ਾਰਟ ਸਰਕਟ ਹੋ ਗਿਆ, ਉੱਥੇ ਸਰੂਪਾਂ ਦੀ ਬੇਅਦਬੀ ਹੋ ਗਈ। ਫਿਰ ਇੱਥੇ ਅਣਗਹਿਲੀ, ਜਿਹੜੇ ਮੁਲਾਜ਼ਮਾਂ ਦੀ ਅਣਗਹਿਲੀ ਕਵਾਂਗੇ। ਕੱਲ੍ਹ ਇੱਕ ਵੀਡੀਓ ਵੇਖ ਰਿਹਾ ਸੀ ਗੁਰਦੁਆਰਾ ਸੰਨ ਸਾਹਿਬ ਗੁਰੂ ਅਮਰਦਾਸ ਜੀ ਦਾ, ਉਹ ਚੋਰ ਕਿੱਧਰ ਦੀ ਆ ਗਏ, ਗੋਲਕ ਤੋੜ ਰਹੇ ਨੇ। ਵੇਖਿਆ, ਸਾਰੀ ਦੁਨੀਆ ਨੇ ਸੋਸ਼ਲ ਮੀਡੀਆ ਤੇ ਵੇਖਿਆ ਜੀ ਕਿ ਸਾਡੇ ਸੇਵਾਦਾਰ ਸਤਰਕ ਹੋ ਕੇ ਡਿਊਟੀ ਨਹੀਂ ਕਰਦੇ, ਸੁੱਤੇ ਰਹਿੰਦੇ ਨੇ। ਅਸੀਂ ਪਿੰਡਾਂ ਵਿੱਚ ਤੇ ਐਲਾਨ ਕਰਨ ਤੁਰ ਪਏ ਕਿ ਗੁਰੂ ਘਰਾਂ ਦਾ ਖਿਆਲ ਰੱਖੋ, ਵੀ ਜਿਹੜੇ ਸਾਡੇ ਅੰਡਰ 'ਚ ਆਉਂਦੇ ਨੇ, ਸਾਡੇ ਪ੍ਰਬੰਧ ਹੇਠ ਆਉਂਦੇ, ਉਹਨਾਂ ਦਾ ਖਿਆਲ ਕੌਣ ਰੱਖੇਗਾ? ਕਿ ਸੇਵਾਦਾਰ ਕਿੱਥੇ ਗਏ ਸਨ ਜਦੋਂ ਚੋਰ ਕਿਹੜੇ ਬਾਰੀ ਰਾਹੀਂ ਅੰਦਰ ਵੜੇ? ਉਹ ਤੇ ਗੋਲਕ ਨੂੰ ਪੈ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰ ਸਕਦੇ ਸਨ। ਇਸ ਕਰਕੇ ਇਹ ਬੜੀ ਅਤ ਨਿੰਦਣਯੋਗ ਗੱਲ ਹੈ ਕਿ ਜਿਹੜੇ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਮਾੜਾ ਹੈ, ਸਾਡੇ ਆਪਣੇ ਗੁਰੂ ਘਰਾਂ ਦੇ ਵਿੱਚ। ਤੇ ਮੈਂ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਗਾਇਬ ਹੋਏ ਨੇ, ਇੱਕ ਤੇ ਬਰਗਾੜੀ ਮਹਾਰਾਜ ਦਾ ਸਰੂਪ ਗਾਇਬ ਹੋਇਆ, ਅਜੇ ਤੱਕ ਨਹੀਂ ਮਿਲਿਆ। ਬਿਲਕੁਲ, ਉਹ ਸਾਡੇ ਕੌਮ ਦੇ ਮੱਥੇ ਤੇ ਇੱਕ ਬਹੁਤ ਵੱਡਾ ਬਦਨੁਮਾ ਦਾਗ ਲੱਗਾ ਹੈ ਕਿ ਅਸੀਂ ਮਹਾਰਾਜ ਦਾ ਸਰੂਪ ਹੀ ਨਹੀਂ ਲੱਭ ਸਕੇ ਕਿੱਥੇ ਸੱਚੇ ਪਾਤਸ਼ਾਹ ਜੀ ਦਾ। ਤੇ 267 ਸਰੂਪ ਗਏ ਕਿੱਥੇ? ਕੌਮ ਨੂੰ ਦੱਸਣ ਤਾਂ ਸਹੀ। ਹਰ ਸਿੱਖ ਦਾ ਫਰਜ਼ ਬਣਦਾ ਪੁੱਛਣ ਦਾ ਇਹਨਾਂ ਨੂੰ ਵੀ ਦੱਸੋ 200 ਜਿੰਨੇ ਸਰੂਪ ਗਾਇਬ ਹੋਏ ਨੇ, ਕਿੱਥੇ ਗਏ ਨੇ? ਕੌਣ ਖਾ ਗਿਆ? ਧਰਤੀ ਨਿਗਲ ਗਈ, ਆਸਮਾਨ ਨਿਗਲ ਗਿਆ, ਕਿੱਥੇ ਗਏ ਨੇ ਮਹਾਰਾਜ ਦੇ ਸਰੂਪ? ਦੱਸੋ ਤਾਂ ਸਹੀ। ਜੇ ਮਹਾਰਾਜ ਦੇ ਸਰੂਪਾਂ ਦਾ ਸੰਸਕਾਰ ਕਰ ਦਿੱਤਾ ਹੈ ਤੇ ਤਾਂ ਵੀ ਦੱਸ ਦਿਓ। ਇਹ ਸਾਡੇ ਮੱਥੇ ਤੇ ਬੜਾ ਬਦਨੁਮਾ ਦਾਗ ਹੈ। ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਉੱਥੋਂ ਗਾਇਬ ਹੋਣੇ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਈ, ਰਾਮਸਰ ਸਾਹਿਬ, ਜਿੱਥੇ ਪੰਚਮ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ, ਉਸ ਪਾਵਨ ਸਥਾਨ ਤੋਂ ਸਰੂਪ ਗਾਇਬ ਹੋ ਜਾਣ। ਇਸ ਕਰਕੇ ਸਾਨੂੰ ਸੋਚਣਾ ਪਵੇਗਾ ਕਿ ਜਿਹੜਾ ਮਾੜਾ ਪ੍ਰਬੰਧ ਹੈ ਇਹਨੂੰ ਸੁਧਾਰਨ ਵਾਸਤੇ ਚੰਗੇ ਲੋਕਾਂ ਦੀ ਲੋੜ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ। ਬਹੁਤਾਤ ਦੇ ਵਿੱਚ ਅਸੀਂ ਵੇਖਦੇ ਹਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਨਹੀਂ ਮੈਂ ਕਹਿੰਦਾ, ਬਹੁਤੇ ਮੈਂਬਰ ਸਤਿਕਾਰਯੋਗ ਵੀ ਨੇ, ਧਾਰਮਿਕ ਹਸਤੀਆਂ ਨੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇ ਅੱਗੇ ਮੱਥਾ ਨਹੀਂ ਝੁਕਾਉਂਦੇ। ਜਦੋਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦੀ ਚੋਣ ਕਰਨੀ, ਮੈਂ ਪੱਤਰ ਵੀ ਲਿਖਾਂਗਾ ਸ਼੍ਰੋਮਣੀ ਕਮੇਟੀ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਲਿਖਾਂਗਾ ਆਪਣੇ ਜਥੇਬੰਦੀਆਂ ਵੱਲੋਂ
ਕਿ ਬੇਨਤੀ ਹੈ ਕਿ ਜਿਹੜੇ ਧਾਰਮਿਕ ਸ਼ਖਸੀਅਤਾਂ ਹੁੰਦੀਆਂ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਇਆ ਜਾਵੇ। ਇੱਥੇ ਮੈਂਬਰ ਪਤਾ ਕੌਣ ਬਣਦਾ ਹੈ? ਜਿਹੜਾ ਐਮਪੀ ਦੀ ਚੋਣ ਲੜ ਕੇ ਆਇਆ ਉਹ ਮੈਂਬਰ ਬਣ ਜਾਂਦਾ, ਉਹਨੂੰ ਟਿਕਟ ਮਿਲ ਜਾਂਦੀ। ਜਿਹੜਾ ਐਮਐਲਏ ਦੀ ਚੋਣ ਲੜਿਆ ਉਹਨੂੰ ਮੈਂਬਰੀ ਦੀ ਚੋਣ ਦਿੱਤੀ ਜਾਂਦੀ ਹੈ। ਐਮਪੀ ਐਮਐਲਏ ਜਿਹੜੇ ਰਾਜਨੀਤਿਕ ਬੰਦੇ ਨੇ ਉਹਨਾਂ ਨੇ ਕਬਰਾਂ ਤੇ ਵੀ ਜਾਣਾ ਹੈ, ਜਾਂਦੇ ਵੀ ਨੇ। ਉਹਨਾਂ ਨੇ ਡੰਮੀਆਂ ਗੁਰੂਆਂ ਦੇ ਕੋਲ ਵੀ ਜਾਣਾ ਹੈ। ਉਹਨਾਂ ਨੇ ਹਰ ਜਗ੍ਹਾ ਜਾ ਕੇ ਆਪਣੀ ਗੱਲ ਕਰਨੀ ਹੈ, ਕਿਉਂਕਿ ਉਹਨਾਂ ਦਾ ਫਰਜ਼ ਹੈ। ਸਾਰੇ ਲੋਕਾਂ ਨੇ ਵੋਟਾਂ ਪਾਈਆਂ ਨੇ। ਪਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਗੱਲ ਆ ਜਾਂਦੀ ਹੈ ਨਾ, ਉੱਥੇ ਧਾਰਮਿਕ ਬੰਦੇ ਨੂੰ ਟਿਕਟ ਦਿੱਤੀ ਜਾਵੇ, ਨਾ ਕਿ ਕਿਸੇ ਐਮਐਲਏ ਨੂੰ, ਨਾ ਕਿ ਕਿਸੇ ਐਮਪੀ ਨੂੰ। ਕੋਈ ਵੀ ਜਿਹੜਾ ਸੰਸਥਾ ਜਿਹਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੈ ਉਹ ਇਸ ਗੱਲ ਦਾ ਖਿਆਲ ਜ਼ਰੂਰ ਰੱਖੇ ਕਿ ਧਾਰਮਿਕ ਬੰਦਿਆਂ ਨੂੰ, ਜਿਨ੍ਹਾਂ ਨੂੰ ਧਾਰਮਿਕ ਰੀਤੀ ਰਿਵਾਜਾਂ ਬਾਰੇ ਪਤਾ ਹੋਵੇ, ਸਤਿਕਾਰ ਹੋਵੇ। ਬਹੁਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੜ੍ਹਦੀ ਕਲਾ ਦੇ ਵਿੱਚ ਨੇ, ਸਾਰੇ ਨਹੀਂ ਮੈਂ ਕਹਿੰਦਾ, ਬਹੁਤਾਤ ਦੇ ਵਿੱਚ ਹਨ ਜਿਹੜੇ ਜਿਨ੍ਹਾਂ ਦਾ ਵੀ ਅੰਦਰ ਜ਼ਮੀਰ ਮਰਿਆ ਨਹੀਂ, ਪਰ ਉਹ ਵਿੱਚ ਰਹਿ ਰਹੇ। ਚੰਗੇ ਬੰਦਿਆਂ ਦੀ ਲੋੜ ਹੈ ਜੀ, ਬਿਲਕੁਲ। ਕਿਉਂਕਿ ਮੈਂ ਕੀ ਲੈਣਾ ਹੈ ਸ਼੍ਰੋਮਣੀ ਕਮੇਟੀ ਤੋਂ? ਤੁਸੀਂ ਚੰਗੇ ਬੰਦੇ ਨਹੀਂ ਆਓਗੇ ਤੇ ਫਿਰ ਕੌਣ ਆਵੇਗਾ? ਕੌਣ ਪ੍ਰਬੰਧ ਨੂੰ ਸੰਭਾਲੇਗਾ? ਸਿੰਘ ਸਾਹਿਬ, ਮੇਰਾ ਆਖਰੀ ਸਵਾਲ, ਤੁਸੀਂ ਕੀ ਅਪੀਲ ਕਰਨਾ ਚਾਹੋਗੇ ਵੀ ਤਾਂ ਜੋ ਜਿਹੜੇ ਗੁਰੂ ਕੇ ਵਜ਼ੀਰ ਨੇ ਉਹਨਾਂ ਦੀ ਹਾਲਤ ਤਰਸਯੋਗ ਨਾ ਰਹੇ, ਘੱਟੋ ਘੱਟ ਉਹ ਸੁਖ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਣ? ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜੀ, ਆਪਣੀ ਸੰਸਥਾ ਵੱਲੋਂ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੁਨੀਆ ਨੂੰ ਦੇਣਾ ਚਾਹੁੰਦੇ ਹਾਂ ਜੀ। ਮੈਂ ਪਿੰਡਾਂ ਦੇ ਵਿੱਚ ਜਾ ਕੇ ਲਿਸਟਾਂ ਤਿਆਰ ਕੀਤੀਆਂ ਨੇ। ਹੁਣ ਵੀ ਫਲੋਰ ਤੋਂ ਸਿੰਘਾਂ ਨੇ ਸੱਦਿਆ ਸੀਗਾ, ਪਿਛਲੇ ਸਮੇਂ ਵਿੱਚ ਉਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਤੇ ਰਾਸ਼ਨ ਦੀ ਸੇਵਾ ਪਹੁੰਚਾਈ ਸੀ, ਤੇ ਉਹਨਾਂ ਨੇ ਦਾਸ ਨੂੰ ਮਾਣ ਬਖਸ਼ਿਆ। ਅੱਜ ਮੈਂ ਫਲੋਰ ਸੀਗਾ, ਇਲਾਕੇ ਦੇ ਪਾਠੀ ਸਿੰਘਾਂ ਦੇ ਸਾਰੇ ਪਾਸਿਓਂ ਦਾਸ ਨੂੰ ਫੋਨ ਆਏ। ਮੈਂ ਇੱਕ ਲਿਸਟ ਤਿਆਰ ਕੀਤੀ ਹੈ ਪਾਠੀ ਸਿੰਘਾਂ ਦੀ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਦੀ। ਹੋਰ ਵੀ ਲਿਸਟ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਤਿਆਰ ਕਰਾਂ ਜੀ। ਜਿਹੜੇ ਅਫੈਕਟ ਗ੍ਰੰਥੀ ਸਿੰਘ ਨੇ ਉਹਨਾਂ ਦੀ ਸਾਰ ਲਈ ਜਾਵੇ। ਉਹਨਾਂ ਦੇ ਇਲਾਜ ਦਾ ਜਿਹੜਾ ਹੈ ਉਹ ਸੰਗਤ ਕੋਈ ਸੰਸਥਾ ਜਿੰਮਾ ਚੁੱਕੇ। ਖਾਲਸਾ ਏਡ ਸਾਡੀ ਸ਼੍ਰੋਮਣੀ, ਉਹ ਵੀ ਕਹਿ ਲਈਏ ਕਿ ਵਰਲਡ ਲੈਵਲ ਦੀ ਇੱਕ ਮੰਨੀ ਪ੍ਰਮੰਨੀ ਸੰਸਥਾ ਹੈ। ਉਹਨਾਂ ਨੇ ਦਾਸ ਨਾਲ ਉਹ ਵੀ ਸਹਿਯੋਗ ਕਰ ਰਹੇ ਨੇ। ਜੇ ਮੈਂ 2000 ਤੋਂ ਉੱਪਰ ਕਿੱਟ ਵੰਡੀ ਹੈ ਨਾ, ਤੇ 350 ਕਿੱਟ ਮੈਨੂੰ ਖਾਲਸਾ ਏਡ ਵਾਲਿਆਂ ਨੇ ਦਿੱਤੀ ਹੈ। ਜੇ ਮੈਂ ਬੱਚਿਆਂ ਦਾ ਆਨੰਦ ਕਾਰਜ ਕਰ ਰਿਹਾ ਤੇ ਉਹ ਵੀ ਮੈਨੂੰ ਬਣਦਾ ਸਹਿਯੋਗ ਦੇ ਰਹੇ ਨੇ ਖਾਲਸਾ ਏਡ ਵਾਲੇ। ਪਰ ਸਮੇਂ ਦੇ ਨਾਲ ਉਹਨਾਂ ਨੂੰ ਆਉਣਾ ਚਾਹੀਦਾ ਸੀ। ਠੀਕ ਹੈ, ਦੇਰ ਆਏ ਦੁਰਸਤ ਆਏ। ਹਾਂਜੀ, ਐਸਜੀਪੀਸੀ ਨੂੰ ਵੀ ਧਿਆਨ ਦੇਣਾ ਚਾਹੀਦਾ। ਲਿਸਟਾਂ ਮੇਰੇ ਕੋਲ ਬਹੁਤ ਬਣੀਆਂ ਨੇ। ਖੰਡ ਪਾਠੀ ਸਿੰਘਾਂ ਦੇ ਘਰ ਬਣਨ ਵਾਲੇ ਨੇ, ਛੱਤਾਂ ਡਿੱਗ ਰਹੀਆਂ ਨੇ, ਬੱਚੀਆਂ ਵਿਚਾਰੀਆਂ ਅਪਾਹਜ ਨੇ, ਮੇਰੇ ਕੋਲ ਸਾਰਾ ਡਾਟਾ ਪਿਆ। ਇੱਕ ਘਰ ਦੀ ਸੇਵਾ ਖਾਲਸਾ ਏਡ ਨੇ ਲਈ ਹੈ। ਪਿਛਲੇ ਦਿਨੀ ਇੱਕ ਖੰਡ ਪਾਠੀ ਸਿੰਘ ਦਾ ਮੈਂ ਰਸਤ ਲੈ ਕੇ ਗਿਆ, ਉਹਦਾ ਪੈਰ ਕੱਟਿਆ ਹੋਇਆ ਸੀ ਸ਼ੂਗਰ ਦਾ ਕਰਕੇ, ਛੱਤਾਂ ਡਿੱਗਣ ਵਾਲੀਆਂ ਸੀ। ਪੂਰੀ ਦੁਨੀਆ ਨੂੰ ਮੈਂ ਉਹਦਾ ਦਰਦ ਵਿਖਾਇਆ। ਲਗਭਗ 80,000 ਦੇ ਲੋਕਾਂ ਨੇ ਉਹਨੂੰ ਵੀਡੀਓ ਨੂੰ ਵੇਖਿਆ। ਖਾਲਸਾ ਏਡ ਵਾਲਿਆਂ ਮੈਨੂੰ ਫੋਨ ਕੀਤਾ ਵੀ ਅਸੀਂ ਘਰ ਬਣਾ ਕੇ ਦੇਵਾਂਗੇ। ਬਦਕਿਸਮਤੀ ਇਹ, ਅਸੀਂ ਉਹਦੇ ਘਰ ਬੋਰ ਕਰਾਇਆ ਤੇ ਲੱਤ ਉਹਦੀ ਗਲ ਚੁੱਕੀ ਸੀ, ਢਿੱਲਾ ਹੋਣ ਕਰਕੇ ਚੜ੍ਹਾਈ ਕਰ ਗਿਆ। ਉਹਦੇ ਅਖੰਡ ਪਾਠ ਸਾਹਿਬ ਦਾ ਸਾਰਾ ਖਰਚਾ ਤੈਂਕੀ ਦਰਦਨਾ ਸੇਵਾ ਸੰਸਥਾ ਨੇ ਚੁੱਕਿਆ। ਸੋ ਇੱਦਾਂ ਸਾਰਿਆਂ ਨੂੰ ਸਾਡੇ ਸਾਹਮਣੇ ਆਉਣਾ ਚਾਹੀਦਾ। ਮਹਿਜ਼ ਇੱਕ ਖੰਡ ਪਾਠੀ ਦਾ ਘਰ ਬਣਾਉਣ ਵਾਸਤੇ 3 ਲੱਖ ਰੁਪਇਆ ਲੱਗਦਾ। ਉਹਦੇ ਸਿਰ ਤੇ ਛੱਤ ਪਾ ਦਿਓ, 3-3.5 ਲੱਖ ਰੁਪਏ ਦਾ ਖਰਚਾ ਆ ਜਾਵੇਗਾ। ਤੇ ਸਾਡੇ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਰਾਜੇ ਮਹਾਰਾਜੇ ਬੈਠੇ ਨੇ। ਮਹਾਰਾਜ ਦੀ ਰਹਿਤਨਾਮੇ ਦਾ ਵੀ ਫਰਮਾਨ ਹੈ ਕਿ ਆਪ ਸਿੰਘ ਜੋ ਰਾਜਾ ਹੋਈ, ਨਿਰਧਨ ਸਿੰਘਨ ਪਾਲੇ ਸੋਈ। ਵੀ ਜਿਹੜਾ ਸਿੰਘ ਰਾਜਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਹੈ, ਨਿਰਧਨ ਸਿੰਘਾਂ ਦੀ ਰੋਜ਼ ਜ਼ਰੂਰ ਪਾਲਣਾ ਕਰੇ। ਕਲਗੀਧਰ ਪਾਤਸ਼ਾਹ ਜੀ ਦਾ ਵੀ ਬਚਨ ਹੈ ਕਿ ਦਾਨ ਦਿਓ ਇਨੀ ਹੀ ਕੋ ਭਲੋ। ਖਾਲਸੇ ਵੱਲ ਇਸ਼ਾਰਾ ਕੀਤਾ ਬਾਣੀ ਪੜ੍ਹਨ ਵਾਲਿਆਂ ਨੇ। ਔਰ ਕੋ ਦਾਨ ਨਾ ਲਾਗਤ ਨਹੀਂ। ਇਸ ਕਰਕੇ ਮੈਂ ਬੇਨਤੀ ਕਰਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਵੀ ਕਿ ਆਪ ਜੀ ਸਹਿਯੋਗ ਦਿਓ। ਜਿੱਥੇ ਤੁਹਾਨੂੰ ਲੱਗਦਾ ਕੰਮ ਹੋ ਰਿਹਾ ਹੈ ਜੀ, ਇੱਕ ਤੰਦਰਾ ਖਾਨਾ ਪੂਰਤੀ ਨਹੀਂ ਨਾ ਕਰੀ ਜਾਵੇ। ਇੱਕ ਬੜਾ ਫੰਡ ਵੀ ਇਕੱਠਾ ਹੋ ਗਿਆ ਤੇ ਕਿਸੇ ਦਾ ਗਰੀਬ ਦਾ ਭਲਾ ਵੀ ਨਾ ਹੋਇਆ। ਤੁਹਾਨੂੰ ਜਿੱਥੇ ਲੱਗਦਾ ਕੋਈ ਸੰਸਥਾ ਕੰਮ ਕਰ ਰਹੀ ਉਹਦਾ ਸਹਿਯੋਗ ਦਿਓ। ਸ਼੍ਰੋਮਣੀ ਕਮੇਟੀ ਦੇ ਚਰਨਾਂ 'ਚ ਵੀ ਮੈਂ ਬੇਨਤੀ ਕਰਾਂਗਾ ਕਿ ਅਜੇ ਵੀ ਸਮਾਂ ਹੈ, ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਹੁਣ ਅੱਗੇ ਸਮਝ ਕੇ ਚੱਲਣ ਦਾ ਸਮਾਂ ਹੈ। ਤਾਂ ਹੀ ਕੌਮ ਦਾ ਉਜਲਾ ਭਵਿੱਖ ਹੋਵੇਗਾ ਜੇ ਅਸੀਂ ਆਪਣੇ ਪ੍ਰਚਾਰਕਾਂ ਨੂੰ ਸਾਂਭਾਂਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦੇ ਖਬਰਸਾਰ ਚੈਨਲ ਦਾ ਜੀ। ਬਹੁਤ ਬਹੁਤ ਧੰਨਵਾਦ। ਤੇ ਸਿੰਘ ਸਾਹਿਬ ਦੀਆਂ ਗੱਲਾਂ ਨੇ ਵਾਕਈ ਇਹ ਸਵਾਲ ਖੜਾ ਕੀਤਾ ਹੈ ਕਿ ਪੰਜਾਬ ਉਹੀ ਧਰਤੀ ਹੈ ਜਿਸ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ, ਕਿਉਂਕਿ ਅੱਜ ਗੁਰੂ ਦੇ ਵਜ਼ੀਰ ਜੋ ਨੇ ਉਹ ਬੜੀ ਤਰਸਯੋਗ ਹਾਲਤ ਦੇ ਵਿੱਚ ਨੇ। ਸੋਚਿਓ ਜ਼ਰੂਰ।
ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।